ਅਕਸਰ ਅਕਾਲੀ ਦਲ ਤੇ ਭਾਜਪਾ ਪਰ ਇਹ ਵੀ ਕਿਹਾ ਜਾਂਦਾ ਹੈ ਵੀ ਅਕਾਲੀ ਦਲ ਤੇ ਭਾਜਪਾ ਦਾ 9 ਤੇ ਮਾਰਚ ਦਾ ਰਿਸ਼ਤਾ ਹੈ, ਪਰ ਹੁਣ ਇਹ 9 ਤੇ ਮਾਰਚ ਦਾ ਰਿਸ਼ਤਾ ਟੁੱਟਣ ਦੀਆਂ ਕਿਆਸਰਾਈਆਂ ਕਾਫੀ ਚਿਰਾਂ ਤੋਂ ਲੱਗ ਰਹੀਆਂ ਨੇ ਤੇ ਇੱਕ ਵਾਰ ਫਿਰ ਤੋਂ ਕੋਰ ਕਮੇਟੀ ਦੀ ਬੈਠਕ ਵੀ ਇਸ ਤੇ ਸਵਾਲ ਖੜੇ ਕਰ ਰਹੀ ਹੈ। ਅਗਲਾ ਜਿਹੜਾ ਮਸਲਾ ਹੈ ਉਹ ਵੀ ਅਕਾਲੀ ਦਲ ਤੇ ਭਾਜਪਾ ਦੇ ਨਾਲ ਹੀ ਜੁੜਿਆ ਹੋਇਆ ਹੈ। 3 ਆਰਡੀਨੈਂਸ ਖੇਤੀ ਸੰਬੰਧੀ ਜਿਹੜੇ ਕਿ ਭਾਜਪਾ ਸਰਕਾਰ ਵੱਲੋਂ ਨੋਟੀਫਾਈ ਕੀਤੇ ਗਏ ਸੀ, ਲੱਖਾਂ ਵਿਰੋਧਾਂ ਤੋਂ ਬਾਅਦ ਵੀ ਭਾਜਪਾ ਸਰਕਾਰ ਨੇ ਕਿਹਾ ਸੀ ਕਿ ਇਹ ਆਰਡੀਨੈਂਸ ਲਾਗੂ ਹੋ ਕੇ ਰਹਿਣਗੇ, ਪਰ ਲਾਗੂ ਦੇ ਨੋਟੀਫਿਕੇਸ਼ਨ ਤੋਂ ਬਾਅਦ ਵੀ ਇਸ ਦੇ ਉੱਤੇ ਜਿਹੜਾ ਵਿਰੋਧ ਹੈ ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੰਜਾਬ ਦੀਆਂ ਸੜਕਾਂ ਤੇ ਟਰੈਕਟਰ ਤੇ ਟਰਾਲੀਆਂ ਤੇ ਲੈਸ ਹੋ ਕੇ ਜਿਹੜੇ ਕਿਸਾਨ ਨੇ ਉਹ ਵੱਡੇ ਭਾਜਪਾ ਤੇ ਅਕਾਲੀ ਲੀਡਰਾਂ ਦਾ ਵਿਰੋਧ ਕਰਨ ਪਹੁੰਚੇ ਨੇ ਇਸੇ 3 ਆਰਡੀਨੈਂਸਾਂ ਦੇ ਵਿਰੋਧ ਦੇ ਵਿੱਚ। देखो जी, केंद्र सरकार पूर्ण मेजोरिटी की सरकार हैगी, तो इस करके सब तो पहला उन्होंने ये बिल बना के जिहड़े संसद दे विच लियाउणे चाहिए सी। संसद दे प्रक्रिया दे राही जिहड़े हैगे तिन्ने बिल अपने पास करवाने चाहिए सी। इन्हां लई आर्डीनेंस लियाउण दी जरूरत नहीं सी, क्योंकि ये कोई ऐसा काम तो है नहीं जिहड़ा एमरजेंसी दे विच करना पवे कि कोविड-19 दा समां गा, मुल्क कोविड-19 दे नाल लड़ाई लड़ रहा हैगा ते इन्हां हालातां दे विच 3 आर्डीनेंस सरकार ले आवे ਮੰਡੀਕਰਨ ਨੂੰ ਲੈ ਕੇ ਤੇ ਖੇਤੀ ਦੀ ਬਜਾਈ ਨੀਤੀ ਨੂੰ ਲੈ ਕੇ ਪ੍ਰਾਈਵੇਟ ਕੰਪਨੀਆਂ ਦੇ ਲਈ। ਤਾਂ ਇਹਦੇ ਨਾਲ ਬੇਸ਼ੱਕ ਭਾਜਪਾ ਦਾ ਇਹ ਤਰਕ ਹੈ ਕਿ ਇਹਦੇ ਨਾਲ ਪ੍ਰਾਈਵੇਟ ਵਪਾਰੀ ਜਿਹੜੇ ਨੇ ਉਹ ਕਿਸਾਨਾਂ ਨੂੰ ਵੱਧ ਮੁੱਲ ਦੇਣਗੇ। ਕਿਸਾਨ ਜਿਹੜੇ ਪੂਰੇ ਭਾਰਤ 'ਚ ਕਿਤੇ ਵੀ ਜਾ ਕੇ ਆਪਣੀ ਫਸਲ ਵੇਚ ਸਕਦੀ ਹੈ। ਪ੍ਰਾਈਵੇਟ ਵਪਾਰੀਆਂ ਦੇ ਲਈ ਜਦੋਂ ਫਸਲ ਉਗਾਉਣਗੇ ਤਾਂ ਉਹਨਾਂ ਨੂੰ ਵੱਧ ਪੈਸਾ ਮਿਲੂਗਾ, ਉਹਨਾਂ ਨੂੰ ਬੀਜਣ ਵੇਲੇ ਪਤਾ ਹੋਊ ਕਿੰਨਾ ਪੈਸਾ ਮਿਲੂਗਾ। ਇਹ ਤਰਕ ਭਾਜਪਾਈ ਲੀਡਰਾਂ ਵੱਲੋਂ ਦਿੱਤੇ ਜਾ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਦਿੱਤੇ ਜਾ ਰਹੇ ਕਿ ਐਮਐਸਪੀ ਖਤਮ ਨਹੀਂ ਹੋਊਗੀ। ਪਰ ਸਵਾਲ ਇਹ ਹੈ ਕਿ ਜਦੋਂ ਪੂਰਨ ਮੈਜੋਰਟੀ ਦੀ ਸਰਕਾਰ ਹੈ ਤਾਂ ਸਰਕਾਰ ਨੂੰ ਇਹ ਬਿੱਲ ਸੰਸਦ ਦੇ ਵਿੱਚ ਲੈ ਆਉਣੇ ਚਾਹੀਦੇ ਸੀਗੇ। ਜੇ ਸੰਸਦੀ ਪ੍ਰਕਿਰਿਆ ਦੇ ਰਾਹੀਂ ਲੰਘ ਕੇ ਪਾਸ ਹੁੰਦੇ ਇਹ ਤਾਂ ਉਹਦੇ ਨਾਲ ਕਿਸਾਨਾਂ ਨੂੰ ਇਹ ਹੁੰਦਾ ਵੀ ਠੀਕ ਹੈ, ਸੰਸਦ ਦੇ ਵਿੱਚ ਇਹਦੇ ਤੇ ਚਰਚਾ ਹੋਈ, ਇਹਦੇ ਹਰ ਪੱਖ ਤੇ ਚਰਚਾ ਹੁੰਦੀ ਤੇ ਇਹਦੇ 'ਚ ਜਿਹੜੇ ਸ਼ੰਕੇ ਨੇ ਕਿਸਾਨਾਂ ਦੇ ਜਾਂ ਜਿਹੜੇ ਸ਼ੰਕੇ ਨੇ ਵਿਰੋਧੀ ਪਾਰਟੀਆਂ ਦੇ, ਉਹ ਸ਼ੰਕੇ ਵੀ ਕਿਤੇ ਨਾ ਕਿਤੇ ਦੂਰ ਹੁੰਦੇ ਤੇ ਉਹ ਦੂਰ ਕਰਨ ਤੋਂ ਬਾਅਦ ਇਹ ਬਿੱਲ ਪਾਸ ਹੋ ਜਾਂਦੇ। ਰਾਜ ਸਭਾ ਦੇ ਵਿੱਚੋਂ ਵੀ ਪਾਸ ਹੋ ਜਾਂਦਾ, ਲੋਕ ਸਭਾ ਦੇ ਵਿੱਚੋਂ ਵੀ ਪਾਸ ਹੋ ਜਾਂਦਾ ਤੇ ਫਿਰ ਇਹ 'ਚ ਤਬਦੀਲੀਆਂ ਹੁੰਦੀਆਂ। ਪਰ ਜਦੋਂ ਆਰਡੀਨੈਂਸਾਂ ਦੇ ਰਾਹੀਂ ਲਿਆਂਦਾ ਗਿਆ ਤਾਂ ਇੱਕ ਤਰੀਕੇ ਦੇ ਨਾਲ ਸਿੱਧਾ ਹੁਣ ਇਹ ਨੋਟੀਫਾਈ ਕਰਤਾ ਕੇਂਦਰ ਸਰਕਾਰ ਨੇ ਕਿ ਇਹ ਲਾਗੂ ਕਰਨਾ ਹੀ ਪੈਣਾਗਾ ਸਾਰੇ ਸੂਬਿਆਂ ਨੂੰ ਤੇ ਕੋਈ ਵੀ ਸਟੇਟ ਗਵਰਨਮੈਂਟ ਕਿਸਾਨਾਂ ਦੇ ਆਪਣਾ ਵਪਾਰੀਆਂ ਦੇ ਉੱਪਰ ਟੈਕਸ ਵੀ ਨਹੀਂ ਲਾ ਸਕਦੀ। 1% ਟੈਕਸ ਉੱਤੇ ਲੱਗਣਾਗਾ। ਕਿਸਾਨਾਂ ਤੋਂ ਫਸਲ ਵੀ ਭਜਵਾ ਸਕਦਾ ਵਪਾਰੀ ਤੇ ਕਿਤੇ ਵੀ ਮੰਡੀ 'ਚ ਜਾ ਕੇ ਖਰੀਦ ਵੀ ਸਕਦਾਗਾ, ਕਿਸਾਨ ਵੀ ਕਿਤੇ ਨਾ ਕਿਤੇ ਜਾ ਕੇ ਵੇਚ ਸਕਦਾਗਾ। ਤੇ ਤਮਾਮ ਪੱਖ ਤੋਂ ਇਹੀ ਲੱਗ ਰਿਹਾ ਕਿ ਕਣਕ ਝੋਨੇ ਦੀ ਹਾਲਤ ਵੀ ਕਿਤੇ ਦੂਜੀਆਂ ਫਸਲਾਂ ਵਾਲੀ ਨਾ ਹੋ ਜੇ, ਕਿਉਂਕਿ ਸ਼ੰਕਾ ਹੁਣ ਸਾਰਿਆਂ ਦਾ ਇਹ ਹੈ ਕਿ ਐਮਐਸਪੀ ਤਾਂ ਬਾਕੀ ਫਸਲਾਂ ਤੇ ਵੀ ਹੈਗੀ ਆ, ਪਰ ਬਾਕੀ ਫਸਲਾਂ ਵਿਕਦੀਆਂ 1000-1100 ਨੂੰ ਆ। ਐਮਐਸਪੀ ਯੂਪੀ ਬਿਹਾਰ 'ਚ ਵੀ ਹੈਗੀ ਆ, ਪਰ ਉੱਥੇ ਕਣਕ 1200 ਨੂੰ ਵਿਕਦੀ ਹੈ। ਪੰਜਾਬ ਦੇ ਵਿੱਚ ਉਦੋਂ ਕਿਤੇ ਵੱਧ ਕੀਮਤ ਤੇ ਵਿਕਦੀ ਹੈਗੀ, ਕਿਉਂਕਿ ਸਾਨੂੰ ਨਾਲ ਸ਼ੋਰਟੀ ਦਿੱਤੀ ਹੈ ਕੇਂਦਰ ਸਰਕਾਰ ਨੇ ਕਿ ਤੁਹਾਡਾ ਕੱਲਾ ਦਾਣਾ ਅਸੀਂ ਖਰੀਦਾਂਗੇ, ਕਿਉਂਕਿ ਜਦੋਂ ਭਾਰਤ ਨੂੰ ਭੋਜਨ ਦੀ ਜ਼ਰੂਰਤ ਸੀ, ਅੰਨ ਦੀ ਜ਼ਰੂਰਤ ਸੀ ਤੇ ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਇਹ ਕਹਿ ਰਿਹਾ ਸੀ ਕਿ ਇੱਕ ਟਾਈਮ ਜਾਂ ਤਾਂ ਭੁੱਖੇ ਸੌਂ ਜਾ ਕਰੋ ਜਾਂ ਮੈਨੂੰ ਫਸਲ ਜਿਹੜੀ ਆ ਉਹ ਪੈਦਾ ਕਰਕੇ ਦਿਖਾਓ, ਤਾਂ ਪੰਜਾਬ ਦੇ ਕਿਸਾਨਾਂ ਨੇ ਉਹ ਫਸਲ ਪੈਦਾ ਕਰਕੇ ਦਿਖਾਈ। ਉਹਦੇ ਬਾਅਦ ਹਰਿਆਣਾ ਬਣ ਗਿਆ ਵਿੱਚੋਂ, ਤਾਂ ਪੰਜਾਬ ਹਰਿਆਣੇ ਦੇ ਕਿਸਾਨਾਂ ਨੇ ਉਹ ਫਸਲ ਪੈਦਾ ਕਰਕੇ ਦਿਖਾਈ ਤੇ ਵਾਧੂ ਭੋਜਨ ਜਿਹੜਾ ਇੱਥੇ ਤਿਆਰ ਕਰਕੇ ਦਿੱਤਾ। ਤਾਂ ਉਹਦੇ ਬਾਅਦ ਹੁਣ ਇਹ ਵਾਅਦਾ ਖਿਲਾਫੀ ਵਾਲੀ ਗੱਲ ਲੱਗਦੀ ਹੈਗੀ। ਬੇਸ਼ੱਕ ਕੇਂਦਰ ਸਰਕਾਰ ਦਾ ਤਰਕ ਹੈ ਕਿ ਇਹਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਊਗਾ, ਪਰ ਵਿਰੋਧੀ ਧਿਰਾਂ ਦਾ ਤੇ ਕਿਸਾਨ ਜਥੇਬੰਦੀਆਂ ਦਾ ਤਰਕ ਹੈ ਕਿ ਇਹਦੇ ਨਾਲ ਕਣਕ ਝੋਨੇ ਦੀ ਹਾਲਤ ਦੂਜੀਆਂ ਫਸਲਾਂ ਵਾਲੀ ਹੋਊਗੀ। ਤਾਂ ਹੁਣ ਇਹ ਤੇ ਲੈ ਕੇ ਬਿਆਨਬਾਜ਼ੀ ਜਾਰੀ ਹੈ ਤੇ ਇਸ ਕਰਕੇ ਕਿਸਾਨ ਜਿਹੜੇ ਆ ਉਹ ਸੜਕਾਂ ਤੇ ਉਤਰੇ ਨੇ। ਕਿਸਾਨਾਂ ਨੇ ਜਿਹੜਾ ਅਕਾਲੀ ਦਲ ਤੇ ਭਾਜਪਾ ਦੀ ਤਮਾਮ ਵੱਡੀ ਲੀਡਰਸ਼ਿਪ ਦੇ ਘਰਾਂ ਤੇ ਦਫ਼ਤਰਾਂ ਦੇ ਮੂਹਰੇ ਟਰੈਕਟਰ ਖੜੇ ਕੀਤੇ, ਉੱਥੇ ਮੰਗ ਪੱਤਰ ਦਿੱਤੇ ਤੇ ਮੰਗ ਕੀਤੀ ਕਿ ਸ਼ੋਰਟੀ ਜਿਹੜੀ ਹੈ ਐਮਐਸਪੀ ਫਸਲ ਤੇ ਰਹੇ, ਪਰ ਕੇਂਦਰ ਸਰਕਾਰ ਕੱਲ੍ਹ ਨੂੰ ਜਿੰਨੀ ਫਸਲ ਖਰੀਦ ਰਹੀ ਹੈ ਉਹਦਾ ਕੋਟਾ ਨਾ ਘਟਾਊਗੀ, ਇਹਦੀ ਗਰੰਟੀ ਦਿੱਤੀ ਜਾਵੇ। ਕਿਉਂਕਿ ਜਦੋਂ ਪ੍ਰਾਈਵੇਟ ਵਪਾਰੀ ਫਸਲ ਖਰੀਦੂਗਾ, ਪ੍ਰਾਈਵੇਟ ਵਪਾਰੀ ਨੇ ਜੇ 30% ਫਸਲ ਖਰੀਦ ਲਈ ਤਾਂ ਅਗਲੀ ਵਾਰੀ ਸੈਂਟਰ ਗਵਰਨਮੈਂਟ 70% ਫਸਲ ਖਰੀਦਣ ਦਾ ਹੀ ਟੈਂਡਰ ਲਿਆਊਗੀ। ਉਨੇ ਹੀ ਜਿਹੜੀ ਹੈਗੀ ਕੈਸ਼ ਕ੍ਰੈਡਿਟ ਲਿਮਟ ਸੂਬਿਆਂ ਨੂੰ ਜਾਰੀ ਕਰੂਗੀ, ਖਰੀਦ ਏਜੰਸੀਆਂ ਨੂੰ ਉਨੀ ਫਸਲ ਖਰੀਦਣ ਦੇ ਹੁਕਮ ਦੇਊਗੀ। ਤਾਂ ਉਹਦੇ ਬਾਅਦ ਪ੍ਰਾਈਵੇਟ ਵਪਾਰੀ 50% ਖਰੀਦਣ ਲੱਗ ਜੂਗਾ ਤਾਂ ਕੇਂਦਰ ਸਰਕਾਰ 50% ਖਰੀਦਣ ਲੱਗ ਜੂਗੀ। ਤਾਂ ਇਹਦੇ ਨਾਲ ਇਹ ਲੱਗਦਾ ਕਿ ਕੇਂਦਰ ਸਰਕਾਰ ਹੌਲੀ ਖਰੀਦਣੋਂ ਹਟ ਜੂਗੀ ਤੇ ਟੋਟਲ ਮੰਡੀ ਪ੍ਰਾਈਵੇਟ ਵਪਾਰੀਆਂ ਦੇ ਹੱਥ 'ਚ ਰਹਿ ਜੂਗੀ। ਤੇ ਇਸ ਕਰਕੇ ਕਿਸਾਨ ਜਥੇਬੰਦੀਆਂ ਦੇ ਇਹ ਸ਼ੰਕੇ ਨੇ। ਪਰ ਨਾਲੋਂ ਨਾਲ ਜਿਹੜਾ ਕੇਂਦਰ ਸਰਕਾਰ ਇੱਕ ਬਿਜਲੀ ਬਿੱਲ ਲਿਆ ਰਹੀ ਹੈ, ਜਿਹੜੇ ਬਿਜਲੀ ਬਿੱਲ ਦੇ ਤਹਿਤ ਭਾਰਤ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਕੀਤੀ ਜਾਣੀ ਹੈਗੀ ਇਲੈਕਟ੍ਰਿਸਿਟੀ ਦੀ ਤੇ ਇੱਕ ਰੇਟ ਕਰਨ ਦੀਆਂ ਗੱਲਾਂ ਵੀ ਕਿਤੇ ਨਾ ਕਿਤੇ ਚੱਲ ਰਹੀਆਂ ਨੇ, ਪਰ ਉਹਦੇ 'ਚ ਸਭ ਤੋਂ ਜ਼ਿਆਦਾ ਜਿਹੜੀ ਮਾਰ ਪੈਣ ਦਾ ਸ਼ੰਕਾ ਇਹ ਹੈ ਕਿ ਜਿਹੜੀ ਸਬਸਿਡੀ ਹੈਗੀ
ਉਹ ਬੇਸ਼ੱਕ ਗਰੀਬ ਪਰਿਵਾਰਾਂ ਨੂੰ ਸਬਸਿਡੀ ਹੈ 200 ਯੂਨਿਟ ਤੱਕ। ਇਸ ਤੋਂ ਇਲਾਵਾ ਕਿਸਾਨਾਂ ਨੂੰ ਟਿਊਬਲਾਂ ਦੇ ਬਿੱਲ ਜਿਹੜੇ ਮਾਫ ਕੀਤੇ ਜਾਂਦੇ ਨੇ ਤੇ ਉਹ ਜਿਹੜੇ ਹੈਗੇ ਉਹ ਖਤਮ ਕੀਤੇ ਜਾਣਗੇ ਸੈਂਟਰ ਗਵਰਨਮੈਂਟ ਵੱਲੋਂ ਉਸ ਬਿੱਲ ਦੇ ਨਾਲ, ਜਿਹਦੇ ਨਾਲ ਕਿਸਾਨਾਂ ਤੇ ਡਬਲ ਬੋਝ ਪੈਣ ਦਾ ਸ਼ੰਕਾ ਹੈ। ਇਸ ਕਰਕੇ ਵੀ ਕਿਸਾਨ ਜਿਹੜੇ ਨੇ ਡਰੇ ਹੋਏ ਨੇ ਕਿ ਜਦੋਂ ਬਿਜਲੀ ਬਿੱਲ ਇਹ ਆ ਰਿਹਾ ਤਾਂ ਜਿਹੜਾ ਹੁਣ ਇਹ ਆਰਡੀਨੈਂਸ ਲਿਆਂਦੇ ਗਏ ਨੇ, ਇਹ ਆਰਡੀਨੈਂਸ ਸਾਨੂੰ ਮਾਰ ਕਿਉਂ ਨਹੀਂ ਕਰਨਗੇ ਜਦੋਂ ਪ੍ਰਾਈਵੇਟ ਪਲੇਅਰ ਵਿੱਚ ਆਉਣਗੇ। ਤਾਂ ਇਹ ਸ਼ੰਕਿਆ ਨੂੰ ਲੈ ਕੇ ਕਿਸਾਨ ਸੜਕਾਂ ਤੇ ਉੱਪਰ ਨੇ ਤੇ ਕੋਵਿਡ-19 ਦਾ ਸਮਾਂ ਗਾ, ਇਸ ਕਰਕੇ ਕਿਸਾਨ ਸੜਕਾਂ ਜਾਮ ਵੀ ਨਹੀਂ ਕਰ ਸਕਦੇ, ਖੁੱਲ੍ਹ ਕੇ ਪ੍ਰਦਰਸ਼ਨ ਵੀ ਨਹੀਂ ਕਰ ਸਕਦੇ। ਪਰ ਉਹਨਾਂ ਨੇ ਸੰਕੇਤਕ ਰੂਪ ਦੇ ਵਿੱਚ ਆਪਣਾ ਮੈਸੇਜ ਜਿਹੜਾ ਹੈ ਉਹ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦੇ ਰਾਹੀਂ, ਬੇਸ਼ੱਕ ਭਾਜਪਾ ਦੀ ਲੀਡਰਸ਼ਿਪ ਹੈ ਸੰਸਦ ਵਿੱਚ ਭਾਜਪਾ ਦੇ ਜਾਂ ਫਿਰ ਭਾਈਵਾਲ ਅਕਾਲੀ ਦਲ ਦੀ ਲੀਡਰਸ਼ਿਪ ਹੈ, ਉਹਨਾਂ ਦੇ ਤੱਕ ਪਹੁੰਚਾ ਦਿੱਤਾ ਹੈ ਕਿ ਸਾਡੇ ਆਰਡੀਨੈਂਸਾਂ ਨੂੰ ਲੈ ਕੇ ਸ਼ੰਕੇ ਨੇ। ਜਿਹੜਾ ਬਿਜਲੀ ਸੋਧ ਬਿੱਲ ਲਿਆ ਰਹੀ ਹੈ ਸਰਕਾਰ, ਉਹਨੂੰ ਲੈ ਕੇ ਵੀ ਸਾਡੇ 'ਚ ਡਰ ਹੈ, ਉਹਨੂੰ ਲੈ ਕੇ ਵੀ ਸ਼ੰਕੇ ਨੇ ਕਿ ਇਹ ਦੋਵਾਂ ਦੇ ਨਾਲ ਕਿਸਾਨਾਂ ਦੀ ਲੁੱਟ ਹੋਊਗੀ, ਕਿਉਂਕਿ ਕਿਸਾਨ ਸਰਕਾਰਾਂ ਦੇ ਏਜੰਡੇ ਦੇ ਉੱਪਰ ਨਹੀਂ ਹੈਗੇ। ਸਰਕਾਰਾਂ ਦੇ ਏਜੰਡੇ ਦੇ ਉੱਪਰ ਕਾਰਪੋਰੇਟ ਘਰਾਣੇ ਨੇ। ਸਰਕਾਰ ਦਾ ਨਿਸ਼ਾਨਾ ਗਾ ਕਿ ਖੇਤੀ ਦੇ ਵਿੱਚੋਂ ਕਮ ਸੇ ਕਮ 30% ਕਿਸਾਨ ਤੱਕ ਕੱਢੇ ਜਾਣ, ਕਿਉਂਕਿ ਖੇਤੀ ਦੇ ਵਿੱਚ ਇੰਡੀਆ ਦੀ 50 ਤੋਂ 60% ਪਾਪੂਲੇਸ਼ਨ, ਜਿਹੜੀ 70% ਤੱਕ ਪਾਪੂਲੇਸ਼ਨ ਹੀ ਸਿੱਧੇ ਢੰਗ ਦੇ ਨਾਲ ਜੁੜੀ ਹੋਈ ਹੈ। ਤਾਂ ਇਸ ਕਰਕੇ ਕਿਸਾਨਾਂ ਦੇ ਸ਼ੰਕੇ ਨੇ। ਬੇਸ਼ੱਕ ਖੇਤੀਬਾੜੀ ਮੰਤਰੀ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਨੇ ਕਿ MSP ਬੰਦ ਨਹੀਂ ਹੋਊਗੀ, ਪਰ ਸ਼ੋਰਟੀ ਦੇਣ ਕਿਸਾਨਾਂ ਨੂੰ ਕਿ ਕੇਂਦਰ ਸਰਕਾਰ ਦੀ ਖਰੀਦ, ਜਿੰਨਾ ਪੂਲ ਕੇਂਦਰ ਸਰਕਾਰ ਇਸ ਸਮੇਂ ਖਰੀਦ ਰਹੀ ਹੈ ਉਨਾ ਹੀ ਜਿਹੜਾ ਖਰੀਦਦੀ ਰਹੂਗੀ। ਪਰ ਨਾਲੋਂ ਨਾਲ ਅਫਸੋਸ ਇਹ ਹੈ ਕਿ ਕਾਂਗਰਸ ਪਾਰਟੀ ਜਿਹੜੀ ਕਿ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ਮੰਨੀ ਜਾਂਦੀ ਹੈ, ਉਹਨਾਂ ਦੀ ਵੀ ਨੈਸ਼ਨਲ ਲੀਡਰਸ਼ਿਪ ਨੇ ਇਸ ਮੁੱਦੇ ਤੇ ਇੱਕ ਵੀ ਅੱਖਰ ਨਹੀਂ ਬੋਲਿਆ। ਇਸ ਮੁੱਦੇ ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਨਹੀਂ ਕੀਤੀ, ਸਿਰਫ ਪੰਜਾਬ ਕਾਂਗਰਸ ਲੱਗੀ ਹੋਈ ਹੈ। ਤਾਂ ਇੱਥੋਂ ਇਹ ਲੱਗਦਾ ਹੈ ਕਿ ਜੇਕਰ ਕਾਂਗਰਸ ਸੱਤਾ ਦੇ ਵਿੱਚ ਹੁੰਦੀ ਤਾਂ ਉਹਨਾਂ ਨੇ ਵੀ ਇਹੀ ਆਰਡੀਨੈਂਸ ਤੇ ਇਹੀ ਬਿੱਲ ਲੈ ਕੇ ਆਉਣੇ ਸੀ, ਤੇ ਜੇਕਰ ਅੱਜ ਭਾਜਪਾ ਸੱਤਾ ਦੇ ਵਿੱਚ ਹੈ ਤਾਂ ਉਹ ਵੀ ਲੈ ਕੇ ਆਏ ਨੇ। ਸਟੇਟ ਗਵਰਨਮੈਂਟ ਜਿਹੜੀ ਉਹ ਰੌਲਾ ਪਾ ਰਹੀ ਹੈਗੀ, ਕਿਉਂਕਿ ਪ੍ਰਭਾਵਿਤ ਤਾਂ ਪੰਜਾਬ ਹਰਿਆਣਾ ਦੇ ਕਿਸਾਨ ਹੀ ਹੋਣੇ ਨੇ। ਸੋ ਇਹ ਸ਼ੰਕੇ ਜ਼ਰੂਰ ਸੈਂਟਰ ਗਵਰਨਮੈਂਟ ਨੂੰ ਦੂਰ ਕਰ ਦੇਣੇ ਚਾਹੀਦੇ ਨੇ, ਕਿਉਂਕਿ ਜਦੋਂ ਸ਼ੰਕੇ ਦੂਰ ਨਹੀਂ ਕੀਤੇ ਜਾਂਦੇ ਤਾਂ ਜਿਹੜੀ ਕਹਾਣੀ ਹੁਣ ਬੁਣੀ ਗਈ ਹੈ ਉਸ ਕਹਾਣੀ ਤੋਂ ਤਾਂ ਇਹੀ ਲੱਗਦਾ ਕਿ ਕਿਸਾਨ ਇਹਦੇ ਨਾਲ ਪ੍ਰਭਾਵਿਤ ਹੋਣਗੇ ਤੇ ਪ੍ਰਾਈਵੇਟ ਪਲੇਅਰਾਂ ਨੂੰ ਜਿਹੜਾ ਫਾਇਦਾ ਹੋਊਗਾ, ਤੇ ਬਿਜਲੀ ਸੋਧ ਬਿੱਲ ਹੈ ਜਿਹੜਾ ਉਹ ਸਿੱਧੇ ਰੂਪ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਪ੍ਰਭਾਵਿਤ ਕਰੂਗਾ, ਉਹਨਾਂ ਤੇ ਮੋਟਾ ਜਿਹੜਾ ਬਿਜਲੀ ਦਾ ਬੋਝ ਉਹ ਪਾ ਸਕਦਾ ਹੈ।